ਗੁਰਨਾਮ ਸਾਂਝਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਕਿੰਨਰਦੀਪ ਕੌਰ ਉਹਨਾਂ ਦੇ ਨਾਲ ਜੋ ਕਿ ਐਡਮਿੰਟਨ ਤੋਂ ਸਾਡੇ ਕੋਲ ਪਹੁੰਚੇ ਨੇ। ਸਾਂਝਾ ਪੰਜਾਬ ਦੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਗੱਲਬਾਤ ਥੋੜੀ ਕਰੀਏ ਕਿ ਮੈਨੂੰ ਪਤਾ ਕਿ ਲੋਕਾਂ ਵਿੱਚ ਬਹੁਤ ਪ੍ਰੋਬਲਮ ਹੈ ਮੈਂਟਲ ਹੈਲਥ ਦੀ। ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਆਪਣੀ ਜ਼ਿੰਦਗੀ 'ਚ ਕਰਨਾ ਕੀ ਹੈ, ਸਾਡੀ ਜ਼ਿੰਦਗੀ ਹੈ ਕੀ। ਪਹਿਲਾਂ ਥੋੜ੍ਹੀ ਜਿਹੀ ਆਪਣੀ ਸੰਸਥਾ ਬਾਰੇ ਦੱਸੋ ਤੁਸੀਂ। ਮੈਨੂੰ ਪਤਾ ਲੱਗਾ ਪਿਛਲੇ ਦਿਨੀ ਮਿਸਾਗਾ ਵਿੱਚ ਤੁਹਾਡਾ ਈਵੈਂਟ ਵੀ ਸੀਗਾ ਹੈ ਨਾ, ਤੇ ਥੋੜ੍ਹੀ ਆਪਣੀ ਸੰਸਥਾ ਬਾਰੇ ਦੱਸੋ। ਹਾਂਜੀ। ਸੋ ਬੇਸਿਕਲੀ ਮੈਂ ਸਾਡੀ ਜਿਹੜੀ ਸੰਸਥਾ ਹੈਗੀ ਆ ਉਹ ਮੈਂਟਲ ਹੈਲਥ ਨੂੰ ਪਾਵਰ ਆਫ ਮਾਈਂਡ ਨੂੰ ਯੂਜ਼ ਕਰਕੇ ਕਿੱਦਾਂ ਆਪਾਂ ਆਪਣੀ ਲਾਈਫ ਨੂੰ ਬਣਾ ਸਕਦੇ ਹਾਂ ਜਿੱਦਾਂ ਦੀ ਜ਼ਿੰਦਗੀ ਅਸੀਂ ਜੀਣਾ ਚਾਹੁੰਦੇ ਹਾਂ। ਦੈਟਸ ਰਾਈਟ। ਸੋ ਉਹ ਸਾਡੀ ਸੰਸਥਾ ਕਰਦੀ ਆ ਕਿਉਂਕਿ ਅਸੀਂ ਸਾਨੂੰ ਇਨਸਾਨਾਂ ਨੂੰ ਤੇ ਜਾਨਵਰਾਂ ਨੂੰ ਕੀ ਡਿਫਰੈਂਸ਼ੀਏਟ ਕਰਦਾ ਆ ਸਿਰਫ ਇੱਕ ਮਾਈਂਡ। ਸੋ ਉਹ ਮਾਈਂਡ ਜਿਹੜਾ ਸਾਡਾ ਪ੍ਰੋਗਰਾਮ ਹੋਇਆ ਹੁੰਦਾ ਫਰੋਮ ਦਾ ਟਾਈਮ ਜਦੋਂ ਕਿ ਅਸੀਂ ਬੋਰਨ ਹੋ ਜਾਂਦੇ ਆ, ਜਿੱਦਾਂ ਦੇ এনवायरमेंट 'ਚ ਅਸੀਂ ਰਹਿੰਦੇ ਹਾਂ ਸਾਰਾ ਕੁਝ ਸਾਡੇ ਮਾਈਂਡ ਦੇ ਅੰਦਰ ਚਲਾ ਜਾਂਦਾ, ਉੱਥੇ ਸੈੱਟ ਹੋ ਜਾਂਦਾ। ਰਾਈਟ, ਉੱਥੇ ਸੈੱਟ ਹੋ ਜਾਂਦਾ ਤੇ ਅਸੀਂ ਉਹੀ ਚੀਜ਼ਾਂ ਕਰਦੇ ਰਹਿੰਦੇ ਇਸ ਲਈ ਸਾਡੀ ਜ਼ਿੰਦਗੀ ਬਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹੀ ਰੈਪੀਟੇਸ਼ਨ ਓਵਰ ਐਂਡ ਓਵਰ ਅਗੇਨ ਹੁੰਦੀ ਰਹਿੰਦੀ ਹੈ ਨਾ। ਸੋ ਅਸੀਂ ਉਸ ਮਾਈਂਡ ਨੂੰ ਰੀਪ੍ਰੋਗਰਾਮ ਕਰ ਸਕਦੇ ਹਾਂ। ਜਦੋਂ ਅਸੀਂ ਉਸ ਮਾਈਂਡ ਨੂੰ ਰੀਪ੍ਰੋਗਰਾਮ ਕਰ ਲੈਂਦੇ ਆ ਤੇ ਜਿੱਦਾਂ ਦੇ ਰਿਜ਼ਲਟਸ ਅਸੀਂ ਚਾਹੁੰਦੇ ਆ ਉਦਾਂ ਦੇ ਰਿਜ਼ਲਟਸ ਅਸੀਂ ਪਾ ਸਕਦੇ ਆ, ਚਾਹੇ ਉਹ ਰਿਲੇਸ਼ਨਸ਼ਿਪ ਹੋਵੇ, ਚਾਹੇ ਉਹ ਮਨੀ ਹੋਵੇ, ਚਾਹੇ ਜ਼ਿੰਦਗੀ ਵਿੱਚ ਜੋ ਕੁਝ ਵੀ ਤੁਸੀਂ ਚਾਹੁੰਦੇ ਆ ਯਾਰ। ਕਿਉਂਕਿ ਕੀ ਹੁੰਦਾ ਨਾ, ਕਈ ਵਾਰੀ ਜ਼ਿੰਦਗੀ ਦੇ ਵਿੱਚ ਕੁਝ ਹੈਪਨ ਹੋ ਜਾਂਦਾ ਨਾ, ਬੰਦਾ ਹੌਸਲਾ ਛੱਡ ਦਿੰਦਾ 100%। ਬੰਦਾ ਕਹਿੰਦਾ ਨਹੀਂ ਹੁਣ ਕੁਝ ਨਹੀਂ, ਬਸ ਛੱਡੋ, ਕਾਹਦੀ ਜ਼ਿੰਦਗੀ ਆ, ਨਹੀਂ ਕੁਝ ਕਰਨਾ ਨਾ। ਤੁਸੀਂ ਉਹਨਾਂ ਲੋਕਾਂ ਨੂੰ ਮੋਟੀਵੇਟ ਕਰਦੇ ਹੋ ਬਈ ਅੱਗੇ ਐਂਡ ਨਹੀਂ ਹੈਗਾ। ਰਾਈਟ। ਮੈਂ ਗੱਲ ਇਹ ਤਾਂ ਕਰਨੀ ਚਾਹੁੰਦਾ, ਬਹੁਤ ਸਾਡੇ ਜਿਹੜੇ ਬੱਚੇ ਇੱਥੇ ਆਏ ਉਹਨਾਂ ਨੇ ਥੋੜੀ ਬਾਰੀ ਤੰਗੀ ਆਈ ਤਾਂ ਸੁਸਾਈਡ ਕਰ ਲਿਆ। ਰਾਈਟ। ਸੁਸਾਈਡ ਜਿਹੜਾ ਉਹ ਸੋਲੂਸ਼ਨ ਨਹੀਂ ਹੈ, ਉਹ ਸੋਲੂਸ਼ਨ ਨਹੀਂ ਹੈ। ਰਾਈਟ। ਜ਼ਿੰਦਗੀ ਦੇ ਵਿੱਚ ਅੱਗੇ ਕਿੱਦਾਂ ਚੱਲਣਾ ਤੇ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਵੀ ਲੋਕਾਂ ਨੂੰ ਫਿਰ ਕਿੱਦਾਂ ਤੁਸੀਂ ਮੋਟੀਵੇਟ ਕਰਦੇ। ਸੋ ਮੇਰਾ ਸਾਨੂੰ ਮੋਟੀਵੇਸ਼ਨ ਚਾਹੀਦੀ ਹੈ ਥੋੜੀ ਜਿਹੀ ਕਿ ਹਾਂ ਅਸੀਂ ਆਹ ਚੀਜ਼ ਕਰਨਾ ਚਾਹੁੰਦੇ ਹਾਂ, ਪਰ ਸਾਡੀ ਜਿਹੜੀ ਮੇਰੀ ਸੰਸਥਾ ਹੈ, ਸਾਡੀ ਸੰਸਥਾ ਹੈ, ਉਹ ਮੋਟੀਵੇਸ਼ਨ ਤੇ ਆ ਕੇ ਨਹੀਂ ਰੁਕਦੀ। ਸਾਨੂੰ ਮੋਟੀਵੇਸ਼ਨ ਚਾਹੀਦੀ ਆ, ਪਰ ਲੈਟਸ ਸੀ ਕਿ ਅਸੀਂ ਵੇਟ ਲੂਜ਼ ਹੀ ਕਰਨਾ ਆ, ਹਨਾ। ਅਸੀਂ ਥੋੜੇ ਕੁ ਦਿਨ ਕੁਝ ਕਹਿੰਦੇ ਓਕੇ ਫਾਈਨ ਹੁਣ ਮੈਂ ਜਿਮ ਜਾਣਾ ਸ਼ੁਰੂ ਕਰਨਾ, ਹੁਣ ਮੈਂ ਖਾਣਾ ਪੀਣਾ ਸ਼ੁਰੂ ਕਰਨਾ। ਥੋੜੇ ਦਿਨਾਂ ਤੋਂ ਬਾਅਦ ਅਸੀਂ ਕਦੇ ਨਹੀਂ, ਬਸ ਹੁਣ ਨਹੀਂ, ਕਿਉਂ ਹੋ ਜਾਂਦਾ? ਕਿਉਂਕਿ ਸਾਡਾ ਮਾਈਂਡ ਪ੍ਰੋਗਰਾਮ ਹੋਇਆ ਹੁੰਦਾ। ਜਿੱਦਾਂ ਸਾਡੇ ਘਰ ਦੇ ਵਿੱਚ ਥਰਮੋਸਟੈਟਸ ਲੱਗੇ ਹੁੰਦੇ ਆ ਨਾ, ਉਦਾਂ ਹੀ ਸਾਡੀ ਬਾਡੀ ਨੂੰ ਪਤਾ ਲੱਗਣ ਲੱਗਦਾ ਉਹ ਅੱਛਾ ਇਹ ਕੁਝ ਹੋ ਰਿਹਾ, ਉਹ ਤੁਹਾਨੂੰ ਖਿੱਚ ਕੇ ਵਾਪਸ ਲੈ ਆਉਂਦਾ। ਸੋ ਅਸੀਂ ਉਹ ਮਾਈਂਡ ਨੂੰ ਰੀਪ੍ਰੋਗਰਾਮਿੰਗ ਕਰਦੇ ਹਾਂ। ਜਦੋਂ ਆਪਾਂ ਹੁਣ ਗੱਲ ਕਰਦੇ ਹਾਂ, ਤੁਹਾਡੀ ਗੱਲ ਬਹੁਤ ਵਧੀਆ ਲੱਗੀ, ਰੀਪ੍ਰੋਗਰਾਮ ਕਰਨਾ। ਰਾਈਟ। ਅਸੀਂ ਉਹਨੂੰ ਰੀਪ੍ਰੋਗਰਾਮ ਕਰਦੇ ਹਾਂ। ਬੰਦਾ ਸੋਚਦਾ ਹੀ ਨਹੀਂ ਮੈਂ ਵੀ ਕਰ ਸਕਦਾ, ਹੈ ਨਾ। ਯੈਸ ਆਈ ਹੈਵ, ਮਤਲਬ ਮੈਂ ਉਹ ਆਪ ਉਹਨਾਂ ਚੀਜ਼ਾਂ ਚੋਂ ਨਿਕਲੀ ਆ, ਹਨਾ। ਮੈਂ ਮੈਂਟਲ ਹੈਲਥ, ਮੈਂ ਨਰਸਿੰਗ ਕਰੀਅਰ ਸੀ ਮੇਰਾ ਬੈਕਗ੍ਰਾਉਂਡ, ਤੇ ਮੇਰੇ ਕੋਲ ਲੋਕ ਆਉਂਦੇ ਸੀ। ਮੇਰਾ ਨਰਸਿੰਗ ਦੇ ਵਿੱਚ ਵੀ ਬੇਸਿਕਲੀ ਕੰਮ ਕੀ ਹੁੰਦਾ ਸੀ, ਜਿੰਨੇ ਵੀ ਕ੍ਰੋਨਿਕ ਡਿਜ਼ੀਜ਼, ਮੈਂ ਬੈਡ ਸਾਈਡ ਨਰਸਿੰਗ ਨਹੀਂ ਸੀ ਕਰਦੀ, ਡਾਕਟਰਸ ਦੇ ਨਾਲ ਕਾਉਂਸਲਿੰਗ ਕਰਦੀ ਸੀ। ਜਿੰਨੇ ਵੀ ਡਿਜ਼ੀਜ਼ ਕੰਡੀਸ਼ਨ ਹੁੰਦੇ ਆ, ਡਿਪਰੈਸ਼ਨ, ਐਂਗਜ਼ਾਇਟੀ, ਹਾਈਪਰਟੈਂਸ਼ਨ, ਬਲੱਡ ਪ੍ਰੈਸ਼ਰ, ਤੇ ਹੁੰਦਾ ਕਿ ਜਦੋਂ ਮੈਂ ਉਹਨਾਂ ਨੂੰ ਦੱਸਦੀ ਆਹ ਕਰ ਲਿਓ, ਰਾਈਟ, ਸਾਰੇ ਕਹਿੰਦੇ ਆ ਦੇ ਲਿਸਨ ਐਂਡ ਦੇ ਗੋ ਹੋਮ, ਬਟ ਕੋਈ ਕਰਦਾ ਨਹੀਂ ਸੀ। ਦੈਟਸ ਰਾਈਟ। ਹਰ ਕੋਈ ਕਰਨਾ ਚਾਹੁੰਦਾ ਸੀ ਪਰ ਹੁੰਦਾ ਨਹੀਂ ਸੀ। ਕਿਉਂ? ਕਿਉਂਕਿ ਉਹ ਪ੍ਰੋਗਰਾਮ ਹੋਏ ਆ ਉਸ ਚੀਜ਼ ਨੂੰ। ਜਦੋਂ ਤੱਕ ਅਸੀਂ ਉਹ ਪ੍ਰੋਗਰਾਮ ਨੂੰ ਚੇਂਜ ਨਹੀਂ ਕਰਦੇ, ਕੁਝ ਵੀ ਚੇਂਜ ਨਹੀਂ ਹੁੰਦਾ। ਸੋ ਹਾਊ ਯੂ ਡੂ ਦੈਟ? ਲੋਕਾਂ ਨੂੰ ਤੁਸੀਂ ਕਿੱਦਾਂ, ਜੇ ਤੁਹਾਡੇ ਕੋਲ ਕੋਈ ਲੈਟਸ ਸੇ ਕੋਈ ਵੀ ਵਿਅਕਤੀ ਆਪਣਾ ਟੀਵੀ ਹੁਣ ਦੇਖ ਰਿਹਾ, ਹਾਂਜੀ, ਉਹਨੂੰ ਪ੍ਰੋਬਲਮ ਹੈ, ਰਾਈਟ, ਕਈਆਂ ਨੂੰ ਪ੍ਰੋਬਲਮ ਹੈ, ਉਹਨਾਂ ਨੂੰ ਪਤਾ ਨਹੀਂ ਮੈਨੂੰ ਪ੍ਰੋਬਲਮ ਹੈ। ਇਹ ਤਾਂ ਦਿਸ ਇਜ਼ ਦ ਬਿਗੇਸਟ ਪ੍ਰੋਬਲਮ ਕਿ ਸਾਨੂੰ ਪਤਾ ਹੀ ਨਹੀਂ ਸਾਡੀ ਪ੍ਰੋਗਰਾਮਿੰਗ ਕੀ ਹੈ। ਰਾਈਟ। ਉਹੀ ਚੀਜ਼ਾਂ ਸਾਨੂੰ ਸਭ ਤੋਂ ਪਹਿਲਾਂ ਜਦੋਂ ਅਸੀਂ ਰੀਪ੍ਰੋਗਰਾਮਿੰਗ ਚੇਂਜ ਕਰਦੇ ਹਾਂ, ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਪ੍ਰੋਗਰਾਮ ਹੈਗੇ ਕਿਸ ਚੀਜ਼ ਨੂੰ ਆ, ਸੈੱਟ ਕਿੱਥੇ ਆ ਸਾਡਾ। ਜਦੋਂ ਸਾਡਾ ਉਸ ਤੋਂ ਵੀ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਅਸੀਂ ਜਾਣਾ ਕਿੱਥੇ ਚਾਹੁੰਦੇ ਆ। ਜੇ ਤੁਸੀਂ ਦੇਖੋ ਲੋਕ ਉੱਠਦੇ ਆ, ਕੰਮਾਂ ਤੇ ਜਾਂਦੇ ਆ, ਘਰੇ ਆ ਜਾਂਦੇ ਆ, ਸੌਂਦੇ ਆ, ਫਿਰ ਉੱਠੇ, ਸਾਨੂੰ ਨਹੀਂ ਪਤਾ ਸਾਡੀ ਜ਼ਿੰਦਗੀ ਕਿੱਧਰ ਨੂੰ ਜਾ ਰਹੀ ਹੈ। ਜਿੱਦਾਂ ਤੁਸੀਂ ਗੱਲ ਕੀਤੀ ਸੁਸਾਈਡ ਦੀ, ਅਸੀਂ ਸੁਸਾਈਡ ਕਰਕੇ ਸੋਚਦੇ ਹਾਂ ਸਾਡੀ ਜ਼ਿੰਦਗੀ ਖਤਮ। ਬਟ ਇਹ ਚੀਜ਼ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਅੰਡਰਸਟੈਂਡਿੰਗ ਹੋਈ, ਲਾਈਕ ਆਈ ਐਮ ਵੈਰੀ ਗਲੈਡ ਕਿ ਤੁਹਾਡੇ ਨਾਲ ਮੇਰੀ ਗੱਲਬਾਤ ਹੋ ਰਹੀ ਹੈ। ਤੁਹਾਡਾ ਨਾਮ ਵੀ ਬੌਬ ਹੈ ਤੇ ਜਿਹੜੇ ਮੇਰੇ ਮੈਂਟਰ ਸੀ ਉਹ ਵੀ ਬੌਬ ਪ੍ਰੋਕਟਰ ਸੀ। ਤੁਸੀਂ ਮੂਵੀ ਦੇਖੀ ਹੈ ਦ ਸੀਕ੍ਰੇਟ? ਉਹਦੇ ਵਿੱਚ ਜਿਹੜਾ ਮੇਨ ਕਰੈਕਟਰ ਸੀਗਾ ਬੌਬ ਪ੍ਰੋਕਟਰ, ਮੈਂ ਉਹਨਾਂ ਦੇ ਥਰੂ ਟ੍ਰੇਨਡ ਹੋਈ ਹਾਂ। ਉਹਨਾਂ ਨੇ ਮੈਨੂੰ ਟ੍ਰੇਨਡ ਕੀਤਾ ਸੀ ਲਾਅ ਆਫ ਅਟਰੈਕਸ਼ਨ ਦੀ, ਆਪਾਂ ਉਹਦੇ ਬਾਰੇ ਫਿਰ ਗੱਲ ਕਰਾਂਗੇ। ਪਰ ਮੈਨੂੰ ਇੱਕ ਚੀਜ਼ ਅੰਡਰਸਟੈਂਡ ਹੋਈ ਕਿ ਅਸੀਂ ਕੌਣ ਆ, who we are. That's right. We don't know. People don't know. We just think this is me, this is not me, and this is you, this is not you. This is just the body ਜਿਹਦੇ ਵਿੱਚ ਅਸੀਂ ਰਹਿੰਦੇ ਆ। Who we truly are. That's right. ਅਸੀਂ ਸੋਚਦੇ ਹਾਂ ਸੁਸਾਈਡ ਕਰ ਲਿਆ, ਜ਼ਿੰਦਗੀ ਖਤਮ। ਤੁਸੀਂ ਸਿਰਫ ਇਸ ਬੋਡੀ ਨੂੰ ਛੱਡੋਗੇ, you're gonna switch to next. Soul. ਅੱਗੇ ਚੱਲ ਜਾਣਾ, ਰਾਈਟ, ਉਹਨੇ ਅੱਗੇ ਚੱਲ ਜਾਣਾ ਤੇ ਜੋ ਉਹ ਤੁਹਾਡੇ ਹੈਗਾ, it's all gonna go together again. That's right. And that was like wow. That's why
ਜਦੋਂ ਅਸੀਂ ਕਿਸੇ ਨੂੰ ਆਪਣੀ ਜ਼ਿੰਦਗੀ ਚੋਂ ਲੂਜ਼ ਕਰ ਦਿੰਦੇ ਆਈ ਹੈਵ ਲੋਸਟ ਸੋ ਮੈਨੀ ਪੀਪਲ ਇਨ ਮਾਈ ਲਾਈਫ, ਮਾਈ ਫਾਦਰ ਇਨ ਲਾ, ਮਾਈ ਐਲਡੈਸਟ ਬ੍ਰਦਰ, ਐਂਡ ਜਦੋਂ ਸਾਡੀ ਜ਼ਿੰਦਗੀ 'ਚ ਇੱਦਾਂ ਦਾ ਕੁਝ ਹੁੰਦਾ ਤਾਂ ਆਪਾਂ ਉੱਥੇ ਕਹਿੰਦੇ ਹਾਂ ਬਸ ਜ਼ਿੰਦਗੀ ਖਤਮ, ਅਸੀਂ ਲੂਜ਼ ਕਰ ਦਿੰਦੇ ਹਾਂ। ਦੈਨ ਜਦੋਂ ਮੈਨੂੰ ਇਹ ਚੀਜ਼ ਅੰਡਰਸਟੈਂਡ ਹੋਈ ਕਿ ਐਵਰੀ ਸਿੰਗਲ ਥਿੰਗ ਇਜ਼ એનર્ਜੀ, ਕੁਛ ਵੀ ਜਿੱਦਾਂ ਹੁਣ ਆਪਾਂ ਚੀਜ਼ਾਂ ਦੇਖ ਰਹੇ ਹਾਂ ਇਹ ਹਾਰਡ ਨੇ, ਇਹ ਹਾਰਡ ਨਹੀਂ ਆ, ਐਵਰੀ ਸਿੰਗਲ ਥਿੰਗ ਇਜ਼ એનર્ਜੀ ਐਂਡ ਇਟਸ ਮੂਵਿੰਗ। ਦੈਟਸ ਰਾਈਟ। ਸੋ ਜਦੋਂ ਕੋਈ ਬੰਦਾ ਸਰੀਰ ਛੱਡਦਾ ਵੀ ਆ, ਇਟ ਮੂਵਸ ਟੂ ਨੈਕਸਟ, એનર્ਜੀ ਇਜ਼ ਐਵਰੀਵੇਅਰ ਆਲ ਦ ਟਾਈਮ। ਓਕੇ। ਸੋ ਜਦੋਂ ਤੁਹਾਨੂੰ ਉਹ ਚੀਜ਼ਾਂ ਨੂੰ ਸਮਝ ਆਉਣ ਲੱਗ ਜਾਂਦੀ ਆ, then life becomes more easy, more beautiful. So suicide is not, ਤੁਸੀਂ ਸਿਰਫ ਇਸ ਸਰੀਰ ਨੂੰ ਛੱਡੋਗੇ, ਤੁਸੀਂ ਆਪਣੇ ਆਪ ਨੂੰ ਆਪਣੇ ਤੋਂ ਦੂਰ ਨਹੀਂ ਭੱਜ ਸਕਦੇ। ਸੋ ਉਹਦੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੌਣ ਆ। ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ, 99.9% ਪੀਪਲ ਨੂੰ ਨਹੀਂ ਪਤਾ। ਉਹ ਉੱਥੇ ਹੀ ਟਿਕੇ ਹੋਏ, ਉਹ ਉੱਥੇ ਹੀ ਟਿਕੇ ਹੋਏ ਆ। ਜਿੱਦਾਂ ਬੱਚਾ ਗਰੋ ਹੋਇਆ ਘਰ 'ਚ, ਰਾਈਟ, ਉਹਦਾ ਸਿਸਟਮ ਉੱਥੇ ਦਾ ਸੈੱਟ ਹੈ, ਉੱਥੇ ਦਾ ਸੈੱਟ ਆ। ਜਿਨ੍ਹਾਂ ਬੱਚਿਆਂ ਨੇ ਆਪਣੇ ਆਪ ਨੂੰ ਆਪਣਾ ਟਰੈਕ ਚੇਂਜ ਕਰਤਾ, ਦੇ ਆਰ ਮੋਰ ਸਕਸੈਸਫੁਲ। ਰਾਈਟ। ਹੁਣ ਜਿੱਦਾਂ ਕਈ ਵਾਰ ਆਪਾਂ ਗੱਲ ਕਰ ਦਿੰਦੇ ਆ ਜਨਰੇਸ਼ਨ ਗੈਪ, ਯਾ ਉਹ ਜਨਰੇਸ਼ਨ ਗੈਪ ਨਹੀਂ ਹੁੰਦਾ, ਉਹ ਜਿੱਦਾਂ ਦੇ এনवायरमेंट 'ਚ ਅਸੀਂ ਰਹਿੰਦੇ ਆ, ਉਹ ਚੀਜ਼ਾਂ ਨੂੰ ਅਸੀਂ ਐਕਸੈਪਟ ਕਰ ਲੈਂਦੇ ਆ, ਉਦਾਂ ਤੇ ਅਸੀਂ ਚੱਲਦੇ ਆ। ਫਿਰ ਉਹਨੂੰ ਅਸੀਂ ਕਹਿ ਦਿੰਦੇ ਆ ਇਹ ਮੇਰੀ ਗੱਲ ਨਹੀਂ ਸੁਣਦਾ, ਉਹ ਮੇਰੀ ਗੱਲ ਨਹੀਂ ਸੁਣਦਾ। ਬੱਚੇ ਅੱਜ ਕੱਲ੍ਹ ਮਾਪਿਓ ਦੀ ਗੱਲ ਨਹੀਂ ਸੁਣਦੇ। ਨੋ, ਜਿੱਦਾਂ ਦੇ এনवायरमेंट 'ਚ ਅਸੀਂ ਰਹਿੰਦੇ ਆ, ਉਸ ਚੀਜ਼ ਨੂੰ ਅਸੀਂ ਗ੍ਰੈਸਪ ਕੀਤਾ ਹੁੰਦਾ, ਉਦਾਂ ਅਸੀਂ ਚੱਲਦੇ ਆ। ਉਹ ਗੱਲ ਚੱਲ ਹੀ ਪਈ। ਰਾਈਟ। ਅਸੀਂ ਬੱਚਿਆਂ ਨੂੰ ਚੇਂਜ ਕਰਨਾ ਚਾਹੁੰਦੇ ਆ, ਰਾਈਟ, ਆਪ ਨਹੀਂ ਚੇਂਜ ਹੁੰਦਾ। 100%। ਇਹ ਸਭ ਤੋਂ ਵੱਡੀ ਚੀਜ਼ ਆ। ਅਸੀਂ ਜਿੰਨਾ ਕ੍ਰਾਈਮ ਹੋ ਰਿਹਾ, ਬੱਚੇ ਆ ਕਰਦੇ, ਅਸੀਂ ਬੱਚਿਆਂ ਨੂੰ ਚੇਂਜ ਕਰਨਾ ਚਾਹੁੰਦੇ ਆ। ਬੱਚੇ ਕਦੇ ਚੇਂਜ ਨਹੀਂ ਹੋ ਸਕਦੇ ਜਦ ਤੱਕ ਅਸੀਂ ਖੁਦ ਆਪਣੇ ਆਪ ਨੂੰ ਚੇਂਜ ਨਹੀਂ ਕਰਦੇ। ਬਟ ਤੁਸੀਂ ਕਿਸੇ ਨੂੰ ਵੀ ਦੇਖ ਲਿਓ, ਕਿਸੇ ਫੈਮਿਲੀ ਨੂੰ ਦੇਖ ਲਿਓ, ਹਰ ਕਿਸੇ ਦੇ ਬੱਚੇ ਤੁਹਾਡੀ ਰਿਫਲੈਕਸ਼ਨ ਆ। ਦੱਸ, ਮੇਰੇ ਬੱਚੇ ਜੋ ਮੈਂ ਖਾਂਦੀ ਆ, ਜੋ ਮੈਂ ਪੀਂਦੀ ਆ, ਜੋ ਮੈਂ ਪਹਿਨਦੀ ਆ, ਉਹੀ ਚੀਜ਼ਾਂ ਕਰਦੇ ਆ। ਸੇਮ ਸਭ ਦੇ ਬੱਚੇ। ਅਸੀਂ ਕਹਿੰਦੇ ਅਸੀਂ ਤਾਂ ਇਦਾਂ ਦੇ ਨਹੀਂ ਹੁੰਦੇ ਸੀ। ਨਹੀਂ, ਅਸੀਂ ਇਦਾਂ ਦੇ ਹੀ ਆ, ਬਸ ਸਾਨੂੰ ਉਹਦੀ ਅਵੇਅਰਨੈਸ ਨਹੀਂ ਹੈਗੀ। ਆਪ ਤਾਂ ਰੋਜ਼, ਚਲੋ ਮੈਂ ਕਹਿਣਾ ਨਹੀਂ ਚਾਹੁੰਦਾ, ਰੋਜ਼ ਦਾਰੂ ਪੀਣੀ। ਰਾਈਟ। ਫਰੈਂਡ 4-5 ਬੁਲਾ ਕੇ ਗਰਾਜ ਦੇ ਵਿੱਚ ਆਪਣਾ ਮੁਰਗਾ ਵਗੈਰਾ ਬਣਾਇਆ ਤੇ ਦਾਰੂ ਪੀਂਦੇ ਨੇ। ਰਾਈਟ। ਬੱਚਿਆਂ ਨੂੰ ਕਹਿੰਦੇ ਪੁੱਤ ਤੂੰ ਹੱਥ ਨਹੀਂ ਲਾਉਣਾ, ਤੂੰ ਹੱਥ ਨਹੀਂ ਲਾਉਣਾ। ਯਾ ਉਹ ਕਹਿਣਗੇ ਅਸੀਂ ਮੈਂ ਕਿਉਂ ਹੱਥ ਨਾ ਲਾਵਾਂ। ਰਾਈਟ। ਉਹ ਫਿਰ ਆਪਣੇ ਯਾਰਾਂ ਦੋਸਤਾਂ ਨਾਲ ਪੀ ਕੇ ਆਉ। ਰਾਈਟ। ਜਿੱਦਣ ਉਹ ਪੀ ਕੇ ਆਉਂਦਾ ਫਿਰ ਅਸੀਂ ਆਪਣਾ ਸਾਡਾ ਟੈਂਪਰ ਹਾਈ ਹੁੰਦਾ। ਤੇ ਅਸੀਂ ਆਪਣੇ ਬੱਚਿਆਂ ਦੀ ਗੱਲ ਜਿਹੜੀ ਆ ਉਹ ਸੁਣਨੀ ਚਾਹੀਦੀ ਆ। ਮੈਂ ਕਹਿੰਦਾ ਹੁੰਦਾ ਕਿ ਬੱਚਿਆਂ ਨੂੰ ਆਪਣਾ ਫਰੈਂਡ ਬਣਾਓ। ਅਸੀਂ ਬੱਚਿਆਂ ਤੋਂ ਬਹੁਤ ਕੁਝ ਸਿੱਖਦੇ ਹਾਂ। ਆਈ ਲਰਨ ਮਾਈਸੈਲਫ। ਟੂ ਬੀ ਓਨੈਸਟ, ਸਾਨੂੰ ਬੱਚਿਆਂ ਨੂੰ ਸਿਖਾਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਹੜੀ ਮੈਂ ਪ੍ਰੋਗਰਾਮਿੰਗ ਦੀ ਗੱਲ ਕਰਦੀ ਹਾਂ, ਪ੍ਰੋਗਰਾਮਿੰਗ ਅਸੀਂ ਤਾਂ ਉਹਨਾਂ ਤੇ ਕਰਦੇ ਹਾਂ। ਦੈਟਸ ਰਾਈਟ। ਬੱਚੇ ਜਦੋਂ ਤੁਸੀਂ ਦੇਖੋ, ਜਿਹੜਾ ਛੋਟਾ ਬੱਚਾ ਹੁੰਦਾ ਫੀਅਰਲੈਸ ਹੁੰਦਾ, ਉਹ ਜਿੱਥੇ ਮਰਜ਼ੀ ਜਾ, ਜਿਹੜੀ ਚੀਜ਼ ਨੂੰ ਨਹੀਂ ਪਤਾ ਹੋਏ, ਟ੍ਰਾਈਂਗ ਟੂ ਗ੍ਰੈਸਪ, ਅਸੀਂ ਕਹਿੰਦੇ ਨਹੀਂ 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 ਇਦਾਂ ਨਹੀਂ ਕਰਨਾ, ਨਹੀਂ 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 ਇਦਾਂ ਨਹੀਂ ਹੋਣਾ। ਵੀ ਪੁੱਟ ਫੀਅਰ, ਅਸੀਂ ਆਪਣੇ ਆਪ ਉਹ ਫੀਅਰ ਪਾਉਂਦੇ ਆ, ਜਦਕਿ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ। ਹੁਣ ਅਸੀਂ ਇੱਕ ਬਹੁਤ ਵੱਡੀ ਚੀਜ਼ ਜਿਹੜੀ ਮੈਂ ਆਪਣੇ ਬੱਚਿਆਂ ਨੂੰ ਸਿੱਖਦੀ ਹਾਂ, ਬੱਚੇ ਕਹਿੰਦੇ ਮੰਮਾ ਮੈਨੂੰ ਆ ਚਾਹੀਦਾ। ਰਾਈਟ। ਅਸੀਂ ਕਹਿੰਦੇ ਆ ਪੈਸੇ ਨਹੀਂ ਹੈਗੇ, ਅਸੀਂ ਅਫੋਰਡ ਨਹੀਂ ਕਰ ਸਕਦੇ, ਪਰ ਉਹ ਕਹਿੰਦੇ ਨਹੀਂ ਮੈਨੂੰ ਚਾਹੀਦਾ। ਰਾਈਟ। ਇਹ ਹੁਣੇ ਪ੍ਰੋਗਰਾਮਿੰਗ ਮਨੀ ਦੀ ਕੌਣ ਪਾ ਰਿਹਾ? ਅਸੀਂ ਆਪ ਹੀ ਪਾ ਰਹੇ ਹਾਂ। ਉੱਥੇ ਆ ਗਈ ਪ੍ਰੋਬਲਮ, ਉੱਥੇ ਆ ਗਈ ਨਾ। ਉਹ ਕਹਿੰਦੇ ਤੇਰੇ ਕੋਲ ਪੈਸੇ ਨਹੀਂ ਹੈਗੇ ਮੇਰੇ ਲਈ। ਰਾਈਟ ਜੀ। ਫਿਰ ਇੱਕ ਹੋਰ ਵੱਡੀ ਪ੍ਰੋਬਲਮ, ਮੇ ਵੀ ਤੁਸੀਂ ਵੀ ਉੱਥੇ ਦੇਖਿਆ ਹੋਣਾ, ਇੱਥੇ ਸਾਡੇ ਬਹੁਤ ਸਾਰੇ ਬੱਚੇ ਵਿਆਹ ਨਹੀਂ ਕਰਾ ਰਹੇ। ਰਾਈਟ। ਅੱਛਾ, ਜਦੋਂ ਤਾਂ ਬੱਚੇ 22-23 ਸਾਲ ਦੇ ਹੁੰਦੇ ਨਾ, ਮਾਪੇ ਕਹਿੰਦੇ ਨਾ ਜੇ ਕੁੜੀ ਆ ਤੈਨੂੰ ਕਹਿੰਦੇ ਮੁੰਡੇ ਨਾਲ ਗੱਲ ਨਹੀਂ ਕਰਨੀ। ਰਾਈਟ। ਜੇ ਮੁੰਡਾ ਤਾਂ ਕਹਿੰਦੇ ਨਾ ਪੁੱਤ ਕਿਸੇ ਕੁੜੀ ਨਾਲ ਗੱਲ ਨਹੀਂ ਕਰਨੀ। ਅੱਛਾ, ਜਦੋਂ ਉਹ ਅਡਲਟ ਹੋ ਗਏ 30 ਤੇ ਚਲੇ ਗਏ, ਵੀ ਤੁਸੀਂ ਆਪੇ ਡੈਡੀ ਤਾਂ ਕਿਹਾ ਸੀ ਵੀ ਆਈ ਡੋਨਟ ਨੋ। ਰਾਈਟ। ਤੇ ਅਸੀਂ ਫਿਰ ਚਾਹੁੰਦੇ ਵੀ ਹੁਣ ਵਿਆਹ ਕਰਾ ਲੈਣ। ਉਹ ਕਹਿੰਦੇ ਡੈਡੀ ਆਪੇ ਤੁਸੀਂ ਕਿਹਾ ਸੀ, ਮੰਮੀ ਕਿਹਾ ਸੀ, ਸਾਨੂੰ ਨਹੀਂ ਪਤਾ ਹੈ ਨਾ। ਸੋ ਦਿਸ ਅ ਬਿਗ ਪ੍ਰੋਬਲਮ। ਬਟ ਉਹ ਫਿਰ ਉਹਨਾਂ ਬੱਚਿਆਂ ਤੇ ਇੰਨਾ ਅਸਰ ਪੈ ਗਿਆ ਕਿ ਉਹ ਤੁਸੀਂ ਦੇਖੇ ਹੋਣੇ ਆ। ਇਟਸ ਸੋ ਮੱਚ ਹੈ ਨਾ। ਫਸਟ ਆਫ ਆਲ ਆਪਾਂ ਜੋ ਵੀ ਚੀਜ਼ ਕਰਦੇ ਉਹਦੇ ਪਿੱਛੇ ਰੀਜ਼ਨ ਹੁੰਦਾ। ਪਹਿਲਾਂ ਅਸੀਂ ਕਹਿੰਦੇ ਆ ਫਸਟ ਆਫ ਆਲ ਸਾਨੂੰ ਇਹ ਨਹੀਂ ਪਤਾ ਸੀ ਵਿਆਹ ਕਰਾਉਣਾ ਕਿਉਂ ਆ। ਦੈਟਸ ਰਾਈਟ। ਪੀਪਲ ਲਾਈਕ ਵਿਆਹ ਕਰਾਓ ਵਿਆਹ ਕਰਾਓ ਵਿਆਹ ਕਰੋ, ਕਿਉਂ? ਵਾਟਸ ਦ ਰੀਜ਼ਨ ਬਿਹਾਈਂਡ ਇਟ? ਕਿਉਂਕਿ ਸਾਡਾ ਬਿਲੀਫ ਆ ਕਿ ਸਾਨੂੰ ਵਿਆਹ ਕਰਾਉਣਾ ਆ, ਬੱਚੇ ਹੋਣੇ ਚਾਹੀਦੇ ਆ, ਆ ਚੀਜ਼ਾਂ, ਇਹ ਸਾਡੇ ਬਿਲੀਫ ਸਿਸਟਮ ਆ, ਇਹ ਸਾਡੀ ਪ੍ਰੋਗਰਾਮਿੰਗ ਆ। ਰਾਈਟ। ਫਿਰ ਉਹੀ ਗੱਲ ਹੈ, ਪ੍ਰੋਗਰਾਮ ਵਾਲੀ ਗੱਲ ਬਹੁਤ ਵਧੀਆ ਲੱਗਦੀ ਹੈ, ਮਾਈਂਡਸੈਟ ਨਾ, ਮਾਈਂਡਸੈਟ। ਯਾ ਕਿਉਂਕਿ ਸਾਡੇ ਨਾਲ, ਮੈਂ ਕਿਉਂਕਿ ਕਾਉਂਸਲਿੰਗ ਕਰਦੀ ਸੀ ਤਾਂ ਮੇਰੇ ਕੋਲ ਬਹੁਤ ਛੋਟੇ ਛੋਟੇ ਬੱਚੇ ਸੀ ਵੀ ਆਉਂਦੇ ਸੀ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਸੀ। ਮੈਂ ਜਿਹੜੀ ਵਿਆਹ ਦੀ ਗੱਲ ਕੀਤੀ, ਮੈਂ ਐਗਜ਼ਾਮਪਲ ਦਿੰਨੀ ਆ, ਜਿਹੜੇ ਇੱਥੇ ਦੇ ਬੋਰਨ ਬੱਚੇ ਆ ਨਾ, ਸਭ ਤੋਂ ਜ਼ਿਆਦਾ ਉਹ ਸਫਰ ਕਰਦੇ ਆ। ਦ ਰੀਜ਼ਨ ਬਿਹਾਈਂਡ ਇਜ਼ ਕਿਉਂਕਿ ਨਾ ਤਾਂ ਉਹ ਇੰਡੀਆ ਦੇ ਆ ਤੇ ਨਾ ਵਿਚਾਰੇ ਇੱਥੇ ਦੇ ਆ। ਮਾਂ ਪਿਓ ਇੰਡੀਆ ਦੇ, ਉਹਨਾਂ ਦੀ ਸੋਚ ਉਹੀ ਆ, ਇੱਥੇ ਦੇ ਬੱਚੇ ਇੱਥੇ ਦੇ ਆ। ਹੁਣ ਉਹ ਵਿਚਾਰੇ ਨਾ ਉਧਰਲੇ ਨਾ ਇੱਧਰਲੇ। ਤਾਂ ਮੇਰੇ ਕੋਲ ਇੱਕ 18 ਸਾਲ ਦੀ ਕੁੜੀ ਸੀਗੀ, ਸ਼ੀ ਵਾਸ ਇਨਟੂ ਡਿਪਰੈਸ਼ਨ, ਉਹਨੇ ਸੁਸਾਈਡ ਕਮਿਟ ਕੀਤਾ ਸੀ। ਸੋ ਸ਼ੀ ਕੇਮ ਟੂ ਮੀ ਲਾਈਕ ਵਾਟ ਹੈਪਨਡ। ਉਹਨੇ ਮੈਨੂੰ ਦੱਸਿਆ ਕਿ ਮੇਰੇ ਬॉयਫ੍ਰੈਂਡ ਨੇ ਮੈਨੂੰ ਡਿਚ ਕੀਤਾ। ਅਸ ਲਾਈਕ ਕੀ ਹੋਇਆ? ਕਿਉਂਕਿ ਇੱਥੇ ਦੇ ਬੱਚਿਆਂ ਦਾ ਜਿਹੜਾ ਮਾਹੌਲ ਆ, ਜਿਹੜਾ এনवायरमेंट ਉਹ ਡਿਫਰੈਂਟ ਆ। ਅਸ ਲਾਈਕ
ਉਹ ਮੈਨੂੰ ਕਹਿੰਦਾ ਤੂੰ ਮੇਰਾ ਉਹਦਾ ਬॉयਫ੍ਰੈਂਡ ਸੀ, ਕਹਿੰਦਾ ਤੂੰ ਪੱਕਾ ਕਹਿ ਕੇ ਮੈਂ ਵਿਆਹ ਕਰਾਉਣਾ। ਉਹ ਕਹਿੰਦੀ ਆਈ ਨੀਡ ਟਾਈਮ, ਆਈ ਕੈਨਟ ਸੇ ਦੈਟ। ਕਹਿੰਦੀ ਇੰਡੀਆ ਗਿਆ ਤੇ ਉਹ ਵਿਆਹ ਕਰਾਇਆ ਆ। I was like, you don't understand, that's how people are, that's how our culture is। ਉਹ ਤੈਨੂੰ ਤਾਂ ਹੀ ਤੂੰ ਕਮਿਟਮੈਂਟ ਨਹੀਂ ਕੀਤੀ, ਉਹ ਘਰਦਿਆਂ ਨੂੰ ਜਵਾਬ ਨਹੀਂ ਦੇ ਸਕਿਆ। It's not his fault as well, ਜੇ ਤੇਰਾ ਫਾਲਟ ਨਹੀਂ ਹੈ ਉਹਦਾ ਵੀ ਨਹੀਂ ਹੈ। she's like ਇਦਾਂ ਕਿਦਾਂ ਕੋਈ ਕਿਸੇ ਦਾ ਵਿਆਹ ਕਰ ਦਿੰਦਾ, that's how it is, right? That's how it is। so people don't understand each other belief system। ਬਹੁਤ ਵੱਡੀ ਪ੍ਰੋਬਲਮ, that's the biggest issue। ਉਹ ਲੋਕਾਂ ਤੁਸੀਂ ਕਿੱਦਾਂ ਮਦਦ ਕਰ ਰਹੇ? ਤੁਹਾਨੂੰ ਜੇ ਕੋਈ ਤੁਹਾਡੇ ਕੋਲ ਵਿਅਕਤੀ ਆਉਂਦਾ, ਜੇ ਮੈਂ ਕਹਿੰਦਾ ਵੀ ਚਲੋ ਜਿਹਨੂੰ ਪ੍ਰੋਬਲਮ ਆ ਉਹਦਾ ਹੱਲ ਹੈ, ਹਰ ਚੀਜ਼ ਦਾ ਹੱਲ ਹੈਗਾ। ਹਾਂਜੀ, ਹਰ ਚੀਜ਼ ਦਾ ਹੱਲ ਹੈ। ਪਰਿਵਾਰ 'ਚ ਕੋਈ ਗੱਲ ਹੋ ਗਈ ਉਹਦਾ ਵੀ ਹੱਲ ਹੈ, ਠੀਕ ਹੈ ਨਾ। ਤੇ ਜੇ ਉਹ ਜਿਹੜੇ ਲੋਕੀ ਸਫਰ ਕਰ ਰਹੇ ਨੇ, ਮੈਂਟਲ ਹੈਲਥ ਦਾ ਲੈ ਲਓ, ਡਿਪਰੈਸ਼ਨ ਲੈ ਲਓ, ਜੋ ਹੋਰ ਪ੍ਰੋਬਲਮ ਨੇ, ਬਹੁਤ ਪ੍ਰੋਬਲਮ ਨੇ, ਹਾਂਜੀ, ਉਹਨਾਂ ਨੂੰ ਉੱਥੋਂ ਕੱਢਣ ਲਈ ਹਾਂਜੀ ਫਿਰ ਤੁਸੀਂ ਕਿੱਦਾਂ ਉਹਨਾਂ ਦੀ ਹੈਲਪ ਕਰਦੇ ਹੋ? ਸੋ ਮੈਂ 1-on-1 ਫਸਟ ਆਫ ਉਹਨਾਂ ਦੇ ਨਾਲ ਬਹਿੰਦੇ ਆ। ਅਸੀਂ ਪਹਿਲਾਂ ਇਹ ਦੇਖਦੇ ਆ ਕਿ ਉਹ ਜ਼ਿੰਦਗੀ 'ਚ ਚਾਹੁੰਦੇ ਕੀ ਆ, ਕਿਉਂਕਿ ਜਦੋਂ ਆਪਾਂ ਗੱਡੀ 'ਚ ਵੀ ਬਹਿੰਦੇ ਆ ਆਪਾਂ ਨੂੰ ਪਤਾ ਹੋਣਾ ਚਾਹੀਦਾ ਸਾਡਾ ਡੈਸਟੀਨੇਸ਼ਨ ਕੀ ਆ। ਜਦੋਂ ਤੱਕ ਸਾਡਾ ਡੈਸਟੀਨੇਸ਼ਨ ਹੀ ਨਹੀਂ ਹੈਗਾ ਅਸੀਂ ਕਿੱਥੇ ਜਾਵਾਂਗੇ, ਰਾਈਟ? ਸੋ ਅਸੀਂ ਚਾਹੁੰਦੇ, ਪੁੱਛਦੇ ਤੁਸੀਂ ਚਾਹੁੰਦੇ ਕੀ? ਹੁਣ ਜਦੋਂ ਆਪਾਂ ਗੱਲ ਕਰਦੇ ਸੀ ਕਿ ਲੋਕੀ ਮੂਵ ਹੋਈ ਜਾਂਦੇ ਕਦੇ ਟੋਰਾਂਟੋ ਤੋਂ ਐਡਮਿੰਟਨ ਕਿਉਂ ਹੁੰਦੇ ਆ? ਇੱਕ ਦੂਜੇ ਦੀ ਗੱਲ ਸੁਣ ਕੇ। ਉਹ ਕੀ ਚਾਹੁੰਦੇ ਆ ਉਹ ਨਹੀਂ ਪਤਾ, ਕਿਸੇ ਨੇ ਕੀ ਕੀਤਾ। ਅਸੀਂ ਅੱਜ ਪ੍ਰੋਫੈਸ਼ਨ ਵੀ ਚੂਜ਼ ਕਰਦੇ ਆ ਰੇਟਿੰਗ ਦੇਖ ਕੇ, ਕਿਹਦੇ 'ਚ ਕਿੰਨੇ ਪੈਸੇ ਆ, ਹਨਾ। ਸੋ ਜਿੱਦਾਂ ਲੋਕਾਂ ਦੀ ਤਕਲੀਫ, ਜਿੱਦਾਂ ਜਿਹੜੇ ਸਫਰ ਕਰਦੇ ਨੇ ਚੀਜ਼ਾਂ ਤੋਂ, ਅਸੀਂ ਪਹਿਲਾਂ ਬਹਿੰਦੇ ਨੂੰ ਪੁੱਛਦੇ ਤੁਸੀਂ ਚਾਹੁੰਦੇ ਕੀ ਆ ਜ਼ਿੰਦਗੀ 'ਚ, ਰਾਈਟ? ਉਹ ਚੀਜ਼ ਨੂੰ ਫਾਈਂਡ ਆਊਟ ਕਰਦੇ ਆ। ਰੂਟਸ ਕਿੱਥੋਂ, ਪ੍ਰੋਬਲਮ ਕਿਉਂ ਆਈ, ਉਹ ਨਹੀਂ, ਫਸਟ ਕੀ ਉਹ ਚਾਹੁੰਦੇ ਕੀ ਆ, what do you want, ਰਾਈਟ? ਸੋ ਉਹ ਬੰਦਾ ਫਿਰ ਅੱਗੇ ਦੱਸਦਾ ਕਿ ਮੈਂ ਹੈਪੀ ਲਾਈਫ ਜੀਣਾ ਚਾਹੁੰਦਾ, ਮੈਨੂੰ ਪੈਸਾ ਚਾਹੀਦਾ, ਕਿਉਂਕਿ ਜੋ ਫੀਲ ਕਰ ਰਹੇ ਆ, ਜੋ ਉਹ ਪ੍ਰੋਬਲਮਸ ਹੋ ਰਹੀਆਂ ਨੇ, ਉਹ ਕਿਸੇ ਚੀਜ਼ ਨੂੰ ਪਾਣ ਕਰਕੇ ਹੀ ਹੋ ਰਹੀਆਂ ਨੇ ਨਾ। ਸੋ ਉਹ ਚੀਜ਼ ਫਾਈਂਡ ਆਊਟ ਕਰਦੇ ਆ। ਫਿਰ ਅਸੀਂ ਫਾਈਂਡ ਆਊਟ ਕਰਦੇ ਹਾਂ ਹੈਗੇ ਕਿੱਥੇ ਆ। ਲੈਟਸ ਸੀ ਉਹ ਇੱਥੇ ਜਾਣਾ ਚਾਹੁੰਦੇ ਆ, ਫਿਰ ਅਸੀਂ ਫਾਈਂਡ ਆਊਟ ਕਰਦੇ ਹੈਗੇ ਕਿੱਥੇ। ਦੈਟਸ ਕਾਲਡ ਦ ਪ੍ਰੋਗਰਾਮਿੰਗ, ਕਿ ਉਹਨਾਂ ਦੀ ਪ੍ਰੋਗਰਾਮਿੰਗ ਕੀ ਹੋਈ ਆ। ਜੇ ਸਾਨੂੰ ਪ੍ਰੋਗਰਾਮਿੰਗ ਜਦੋਂ ਪਤਾ ਲੱਗਦੀ ਹੈ, ਫਿਰ ਅਸੀਂ ਉਸ ਪ੍ਰੋਗਰਾਮਿੰਗ ਨੂੰ ਰੀਪ੍ਰੋਗਰਾਮਿੰਗ ਕਰਦੇ ਆ ਉਸ ਹਿਸਾਬ ਨਾਲ ਜਿਹੜੀ ਉਹਨਾਂ ਨੂੰ ਉੱਥੇ ਤੱਕ ਲਿਜਾ ਸਕੇ ਜਿੱਥੇ ਉਹ ਜਾਣਾ ਚਾਹੁੰਦੇ ਆ, ਸਟੈਪ ਬਾਈ ਸਟੈਪ। ਪਰ ਤੁਸੀਂ ਰਹਿੰਦੇ ਐਡਮਿੰਟਨ ਹੈ? ਮੈਂ ਰਹਿੰਦੀ ਐਡਮਿੰਟਨ ਆ, ਪਰ ਮੈਂ ਸਾਰਾ ਕੁਝ ਆਨਲਾਈਨ ਟੀਚ ਕਰਦੀ ਹਾਂ। ਸੋ ਅਸੀਂ ਸਾਰਾ ਕੁਝ ਆਲ ਓਵਰ ਦਾ ਵਰਲਡ ਟੀਚ ਕਰਦੀ ਹਾਂ। ਮੇਰੇ ਕਲਾਇੰਟਸ ਜਿਹੜੇ ਹੈਗੇ ਆਲ ਓਵਰ ਦਾ ਵਰਲਡ ਹੈਗੇ ਆ। ਤੇ ਅੱਜ ਮੇਰਾ ਟੋਰਾਂਟੋ ਹੁੰਦਾ ਰੀਜ਼ਨ ਇਹ ਹੈ, ਮੇਰੇ ਬਹੁਤ ਸਾਰੇ ਕਲਾਇੰਟ ਟੋਰਾਂਟੋ ਦੇ ਵੀ ਹੈਗੇ ਨੇ। ਸੋ ਉਹ ਚਾਹੁੰਦੇ ਸੀ ਮੈਨੂੰ ਇਨ ਪਰਸਨ ਮਿਲਣਾ, ਇਸੇ ਕਰਕੇ ਉਹਨਾਂ ਨੇ ਇਵੈਂਟ ਆਰਗੇਨਾਈਜ਼ ਕੀਤਾ ਕਿ ਅਸੀਂ ਚਾਹੁੰਦੇ ਕਿ ਤੁਸੀਂ ਸਾਡੀ ਇੰਨੀ ਹੈਲਪ ਕੀਤੀ ਆ। ਤੇ ਉਹ ਇਵੈਂਟ ਮੈਂ ਨਹੀਂ ਸੀ, ਕਿਸੇ ਨੇ ਆਰਗੇਨਾਈਜ਼ ਕੀਤਾ ਸੀ। ਅਸੀਂ ਚਾਹੁੰਦੇ ਤੁਸੀਂ ਇਨ ਪਰਸਨ ਆ ਕੇ ਸਾਨੂੰ ਮਿਲੋ ਤੇ ਹੋਰ ਲੋਕਾਂ ਦੀ ਵੀ ਹੈਲਪ। ਅਗਲੀ ਵਾਰ ਨੂੰ ਜਦੋਂ ਆਏ ਮੈਨੂੰ ਦੱਸਿਓ, ਆਪਾਂ ਇਸ ਆਰਗੇਨਾਈਜ਼ ਕਰਾਂਗੇ, ਕਿ ਲੋਕਾਂ ਦੀ ਬੜੀ ਪ੍ਰੋਬਲਮ ਹੈ। ਹਾਂਜੀ। ਫਿਰ ਦੂਸਰਾ ਹੁੰਦਾ ਕੀ ਹੈ ਨਾ, ਬਹੁਤ ਸਾਰੇ ਮਾਂ-ਬਾਪ ਚਾਹੁੰਦੇ ਨੇ ਕਿ ਮੇਰਾ ਬੱਚਾ ਡਾਕਟਰ ਬਣੇ, ਰਾਈਟ, ਮੇਰਾ ਬੱਚਾ ਲਾਇਰ ਬਣੇ। ਅੱਛਾ, ਹੁਣ ਮੇਰੇ 3 ਬੇਟੇ ਆ, ਉਹ ਤਿੰਨਾਂ ਦੀ ਆਪੋ ਆਪਣਾ ਸੈੱਟ ਹੈ ਮਾਈਂਡ, ਜਿੱਦਾਂ ਮਾਈਂਡ ਦੀ ਗੱਲ, ਉਹਨਾਂ ਨੇ ਕੁਛ ਆਹ ਕਰਨਾ, ਆਹ ਕਰਨਾ, ਆਹ ਕਰਨਾ। ਮੈਂ ਚਾਹੁੰਦਾ ਨਹੀਂ ਤੂੰ ਲਾਇਰ ਹੀ ਬਣਨਾ। ਅੱਛਾ, ਉੱਥੇ ਕੰਮ ਬੜਾ ਖਰਾਬ ਹੋਇਆ, ਰਾਈਟ। ਬੱਚਾ ਕੁਝ ਹੋਰ ਬਣਨਾ ਚਾਹੁੰਦਾ। ਈਵਨ ਕਿਸੇ ਪਰਿਵਾਰ ਦੇ ਵਿੱਚ ਇਦਾਂ ਹੋਈ, ਉਹ ਕਹਿੰਦੇ ਤੂੰ ਨਾ ਸਾਡੇ ਤਾਂ ਨਹੀਂ ਇਦਾਂ ਹੁੰਦਾ, ਮਕੈਨਿਕ ਨਹੀਂ ਬਣ ਸਕਦਾ, ਰਾਈਟ। ਉਹ ਕਹਿੰਦਾ ਮੈਂ ਮਕੈਨਿਕ ਹੀ ਬਣਨਾ। ਉਹਨੂੰ ਲਾਅ ਕਰਨ ਵਾਸਤੇ ਭੇਜਿਆ, 3 ਸਾਲ ਬਾਹਰੋਂ ਲਾ ਕੇ ਆਇਆ, ਮੁੜ ਕੇ ਆ ਕੇ ਫਿਰ ਉਹਨੇ ਮਕੈਨਿਕੀ ਕੀਤੀ, ਰਾਈਟ। ਤਾਂ ਅਸੀਂ ਬੱਚੇ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਬੱਚੇ ਨੂੰ ਪਹਿਲਾਂ ਪੁੱਛੋ ਵੀ ਤੂੰ ਕਰਨਾ ਕੀ ਚਾਹੁੰਦਾ। ਅਸੀਂ ਬੱਚੇ ਸਾਡੀ ਐਕਸਟੈਂਸ਼ਨਸ ਨਹੀਂ ਹੈਗੇ, ਚੀਜ਼ ਸਾਨੂੰ ਸਮਝਣੀ ਪੈਣੀ ਹੈ ਪਹਿਲਾਂ। ਐਕਚੁਅਲੀ ਕੀ ਅਸੀਂ ਆਪਣੇ ਚੀਜ਼ਾਂ ਨੂੰ ਦੱਬੀ ਜਾਂਦੇ ਆ। ਅਸੀਂ ਫਿਰ ਚਾਹੁੰਦੇ ਕਿ ਜਿਹੜੀ ਚੀਜ਼ ਅਸੀਂ ਨਹੀਂ ਕੀਤੀ ਉਹ ਸਾਡੇ ਬੱਚੇ ਕਰਨ, ਰਾਈਟ। ਪਰ ਉਹਦੇ 'ਚ ਉਹਦਾ ਕੋਈ ਇੰਟਰਸਟ ਹੀ ਹੈ ਨਹੀਂ, ਕਿਉਂਕਿ ਜਦੋਂ ਅਸੀਂ ਗੱਲ ਕੀਤੀ ਸਾਨੂੰ ਲਾਈਫ ਦਾ ਪਰਪਸ ਹੀ ਨਹੀਂ ਪਤਾ। ਹਰ ਕੋਈ ਇਨਸਾਨ ਇੱਥੇ ਜਿਹੜਾ ਆਇਆ ਉਹ ਇੱਕ ਪਰਪਸ ਲੈ ਕੇ ਆਇਆ, ਅਸੀਂ ਉਹ ਪਰਪਸ ਲੱਭਣ 'ਚ ਹੈਲਪ ਕਰਦੇ ਆ। ਇਸੇ ਕਰਕੇ ਕਿਉਂ ਸਾਰੀਆਂ ਪ੍ਰੋਬਲਮਸ ਆ, ਲੋਕੀ ਜੌਬਸ ਕਰਦੇ ਪਏ ਆ, ਪੈਸਾ ਵੀ ਕਮਾ ਰਹੇ ਆ, ਮਿਲੀਅਨਸ ਡਾਲਰ, ਪਰ ਦੇ ਆਰ ਨਾਟ ਹੈਪੀ। ਵਾਈ ਨਾਟ? ਕਿਉਂਕਿ ਉਹ ਚੀਜ਼ਾਂ ਕਰ ਰਹੇ ਆ ਜਿਹੜੀਆਂ ਉਹ ਕਰਨਾ ਨਹੀਂ ਚਾਹੁੰਦੇ, ਉਹਨਾਂ 'ਚ ਉਹਦਾ ਦਿਲ ਨਹੀਂ ਹੈਗਾ, ਪਰ ਉਹ ਕਰ ਰਹੇ ਆ। ਸਹੀ ਗੱਲ ਆ, ਕਿਉਂ ਪੈਸਾ ਸਾਰਾ ਕੁਝ ਨਹੀਂ ਹੈ, ਰਾਈਟ। ਸਭ ਤੋਂ ਪਹਿਲਾਂ ਤਾਂ ਹੈਲਥ ਹੈ ਨਾ, ਸਭ ਤੋਂ ਪਹਿਲਾਂ ਹੈਲਥ ਆ। ਤੁਹਾਡੀ ਹੈਲਥ ਹੈ ਤਾਂ ਸਾਰਾ ਕੁਝ ਹੈ, ਰਾਈਟ। ਕਿੰਨੇ ਲੋਕਾਂ ਕੋਲੇ ਪੈਸਾ, ਠੀਕ ਹੈ ਨਾ, ਤੇ ਉਹ ਉਹਨਾਂ ਦੀ ਸਿਹਤ ਨਹੀਂ ਠੀਕ ਹੈ। ਹੁਣ ਉਹੀ ਤੁਸੀਂ ਗੱਲ ਕੀਤੀ, ਕਿੰਨੇ ਲੋਕ, ਦਿਸ ਇਜ਼ ਵੇਅਰ ਵੀ ਵਰਕ। ਜਾਂ ਸਾਡੇ ਕੋਲ ਪੈਸਾ, ਜਾਂ ਸਾਡੇ ਕੋਲ ਹੈਲਥ ਆ, ਜਾਂ ਸਾਡੇ ਕੋਲ ਪੈਸਾ, ਜਾਂ ਸਾਡੇ ਕੋਲ ਟਾਈਮ ਆ। ਅਸੀਂ ਚਾਹੁੰਦੇ ਕਿ ਸਾਡੇ ਕੋਲ ਪੈਸਾ ਵੀ ਹੋਵੇ ਤੇ ਸਾਡੇ ਕੋਲ ਟਾਈਮ ਵੀ ਹੋਵੇ, ਕਿਉਂਕਿ ਅਸੀਂ ਬਿਲੀਅਨੀਅਰ ਕੀ ਕਰਨਾ ਬਣ ਕੇ ਜੇ ਸਾਡੇ ਕੋਲ ਟਾਈਮ ਹੀ ਹੈ ਨਹੀਂ, ਉਸ ਪੈਸੇ ਨੂੰ ਸਪੈਂਡ ਕਰਨ ਲਈ ਟਾਈਮ ਹੀ ਹੈ ਨਹੀਂ। ਸੋ ਵੀ ਵਾਂਟ ਟਾਈਮ ਐਂਡ ਮਨੀ, ਬੋਥ ਫਰੀडम, ਐਂਡ ਦੈਟਸ ਵਾਟ ਵੀ ਡੂ। ਉਹੀ ਚੀਜ਼ ਜਦੋਂ ਸਾਨੂੰ ਸਮਝ ਆ ਜਾਂਦੀ ਹੈ, ਪੈਸਾ ਜਦੋਂ, ਜਿਹੜੀ ਮੈਂ ਸਭ ਤੋਂ ਵੱਡੀ ਚੀਜ਼ ਬੌਬ ਪ੍ਰੋਕਟਰ ਤੋਂ ਸਿੱਖੀ ਸੀ, ਆਪਾਂ ਕਹਿੰਦੇ ਸਾਨੂੰ ਬਹੁਤਾ ਪੈਸਾ ਨਹੀਂ ਚਾਹੀਦਾ, ਕਹਿੰਦੇ ਆ ਨਾ ਪੈਸਾ, ਸਾਨੂੰ ਬਹੁਤਾ ਪੈਸਾ ਨਹੀਂ ਚਾਹੀਦਾ, ਪੈਸਾ ਆਉਣ ਨਾਲ ਦਿਮਾਗ ਖਰਾਬ ਹੋ ਜਾਂਦਾ, ਪੈਸਾ ਇਸ ਦਿਸ ਨੋ, ਸਾਨੂੰ ਪੈਸੇ ਦਾ ਪਤਾ ਹੀ ਨਹੀਂ ਪੈਸਾ ਹੈ ਕੀ ਚੀਜ਼। ਪੈਸਾ ਜੋ ਅਸੀਂ ਹੈਗੇ ਆ ਨਾ, ਜਦੋਂ ਸਾਡੇ ਕੋਲ ਪੈਸਾ ਵੱਧ ਜਾਂਦਾ ਉਹ ਸਾਨੂੰ ਹੋਰ ਬਣਾ ਦਿੰਦਾ। ਜੇ ਅਸੀਂ ਕੰਜੂਸ ਅਸੀਂ ਹੋਰ ਕੰਜੂਸ ਹੋ ਜਾਾਂਗੇ, ਜੇ ਅਸੀਂ ਚੰਗੇ ਅਸੀਂ ਹੋਰ ਚੰਗੇ ਹੋ ਜਾਾਂਗੇ। ਇਟਸ ਜਸਟ ਐਨ ਐਂਪਲੀਫਾਇਰ।
ਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਬਹੁਤ ਸਾਰੇ ਲੋਕੀ ਹੌਸਲਾ ਛੱਡ ਦਿੰਦੇ ਨੇ। ਹਾਂਜੀ। ਇਹਨਾਂ ਦਿਨਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਕਿ ਅੱਜ ਤੋਂ 1 ਸਾਲ ਪਹਿਲਾਂ ਇੰਟਰਸਟ ਰੇਟ ਸੀ 2%, ਅੱਜ ਹੋ ਗਿਆ 7%। ਠੀਕ ਹੈ ਨਾ, ਬਹੁਤ ਸਾਰੇ ਲੋਕਾਂ ਨੂੰ ਹੋਣਾ ਵੀ ਅੱਗੇ ਪਤਾ ਨਹੀਂ ਹੁਣ ਕੀ ਬਣਨਾ। ਉਹਨਾਂ ਲੋਕਾਂ ਨੂੰ ਆਪਾਂ ਹੌਸਲਾ ਵੀ ਦਈਏ ਵੀ ਕੋਈ ਗੱਲ ਨਹੀਂ, ਆਹ ਟਾਈਮ ਜਿਹੜਾ ਆ ਉਹ ਲੰਘ ਜਾਏਗਾ। ਪੰਜਾਬ ਦੇ ਵਿੱਚ ਦੇਖੋ ਕੀ ਹਾਲਾਤ ਨੇ ਯਾਰ, ਹੜ੍ਹਾਂ ਦੇ ਨਾਲ ਕਿੰਨੀ ਸਥਿਤੀ ਮਾੜੀ ਹੋ ਗਈ, ਔਰ ਲੋਕਾਂ ਨੂੰ ਕਿਵੇਂ ਆਪਣੇ ਦੁਆਰਾ ਘਰ ਬਣਾਉਣੇ ਪੈਣਗੇ, ਉਹਨਾਂ ਨਾਲ ਦੇਖ ਕੇ ਬੰਦੇ ਨੂੰ ਸਿੱਖਣਾ ਚਾਹੀਦਾ ਬੜਾ ਕੁਝ। ਤੇ ਹੁਣ ਤੁਹਾਡੇ ਨਾਲ ਫਿਰ ਕਿੱਦਾਂ ਕਾਉਂਟੈਕਟ ਕੀਤਾ ਜਾ ਸਕਦਾ, ਕਿਉਂਕਿ ਦਿਸ ਇਜ਼ ਬਿਗੇਸਟ ਪ੍ਰੋਬਲਮ, ਵੱਡੀ ਪ੍ਰੋਬਲਮ ਹੈ ਇਹ। ਲੋਕੀ ਇਹਨੂੰ ਸੀਰੀਅਸ ਨਹੀਂ ਲੈਂਦੇ। ਤੁਸੀਂ ਦੇਖੋ ਜਿੰਨਾ ਵੀ ਕੁਝ ਹੋ ਰਿਹਾ, ਕੋਵਿਡ ਵੀ ਆਇਆ, ਸਭ ਕੁਝ ਹੋਇਆ, ਪਰ ਉਸੇ ਟਾਈਮ ਪੀਰੀਅਡ ਦੇ ਵਿੱਚ ਕੁਝ ਲੋਕ ਬਹੁਤ ਵੱਧ ਰਹੇ ਨੇ ਤੇ ਕੁਝ ਲੋਕ ਬਹੁਤ ਥੱਲੇ ਡਿੱਗ ਰਹੇ ਨੇ, ਪਰ ਹੈ ਤਾਂ ਸੇਮ ਸਿਚੁਏਸ਼ਨ ਹੈ ਨਾ। ਤੇ ਇਹੀ ਮੈਂ ਕਹਿਣਾ ਚਾਹੁੰਦੀ ਕਿ ਅਸੀਂ ਆਪਣੀ ਲਾਈਫ ਨੂੰ ਆਪ ਕ੍ਰੀਏਟ ਕਰਦੇ ਹਾਂ, ਜਿੱਦਾਂ ਅਸੀਂ ਸੋਲੂਸ਼ਨ ਵੱਲ ਨੂੰ ਚੱਲਦੇ ਹਾਂ ਕਿ ਅਸੀਂ ਪ੍ਰੋਬਲਮ ਵੱਲ ਨੂੰ ਚੱਲਦੇ ਹਾਂ। ਆਈ ਹੈਵ ਪਰਸਨਲੀ ਗੋਨ ਥਰੂ ਆਲ ਦਿਸ। ਇੱਕ ਕਾਉਂਸਲਰ ਹੋਣ ਦੇ ਬਾਵਜੂਦ ਮੈਂ ਖੁਦ ਡਿਪਰੈਸ਼ਨ ਦਾ ਸ਼ਿਕਾਰ ਸੀ, ਖੁਦ ਮੇਰੇ ਰਿਲੇਸ਼ਨਸ਼ਿਪਸ ਇਸ਼ੂ ਸੀ। ਦੈਨ ਆਈ ਵਾਸ ਲਾਈਕ ਨਹੀਂ, ਦਿਸ ਇਜ਼ ਨਾਟ ਦਾ ਵੇ, ਦੇयर इज ਅਨਦਰ ਵੇ। ਐਂਡ ਜਿਸ ਦਿਨ ਮੈਨੂੰ ਉਹ ਚੀਜ਼ ਪਤਾ ਲੱਗੀ, ਮੈਂ ਖੁਦ ਸਿੱਖੀ, ਤੇ ਇਹੀ ਮੇਰਾ ਪਰਪਸ ਆ ਕਿ ਜੇ ਮੈਂ ਇਹ ਜ਼ਿੰਦਗੀ ਜੀ ਰਹੀ ਹਾਂ ਤੇ ਮੈਂ ਚਾਹੁੰਦੀ ਹਾਂ ਬਾਕੀ ਸਾਰੇ ਵੀ ਇਹ ਜ਼ਿੰਦਗੀ ਜੀਣ, ਕਿਉਂਕਿ ਇਹ ਪੋਸੀਬਲ ਹੈ। ਕਿਉਂਕਿ ਇਹਦੇ ਚ ਕੋਈ, ਮੇਰੇ ਚ, ਤੁਹਾਡੇ ਚ, ਕਿਸੇ ਚ ਕੋਈ ਡਿਫਰੈਂਸ ਨਹੀਂ ਆ। ਸਾਨੂੰ ਸਿਰਫ ਇਹ ਚੀਜ਼ ਨੂੰ ਸਿੱਖਣ ਦੀ ਲੋੜ ਆ। ਤੁਸੀਂ ਵੀ ਪ੍ਰੋਗਰਾਮ ਕਰਦੇ ਹੋ। ਥੋੜੀ ਵਾਰੀ ਬਾਅਦ ਆਪਣਾ ਫੋਨ ਨੰਬਰ ਤੁਸੀਂ ਦੇਣਾ ਚਾਹੁੰਦੇ ਹੋ? ਵੈਸੇ ਫੋਨ ਨੰਬਰ ਥੱਲੇ ਲਿਖਿਆ ਵੀ ਹੋਇਆ। ਮੈਂ ਕਹਿੰਦਾ ਹੁੰਦਾ ਵੀ ਘਬਰਾਉਣ ਦੀ ਲੋੜ ਨਹੀਂ ਹੈ, ਘਬਰਾਉਣ ਦੀ ਲੋੜ ਨਹੀਂ। ਜੇ ਤੁਹਾਡੀ ਡਾਰਕ ਹੈ, ਕਿਤੇ ਨਾ ਕਿਤੇ ਲਾਈਟ ਜਿਹੜੀ ਆ ਜਾਂਦੀ ਹੈ ਨਾ। ਵੀ ਆਰ ਲਾਈਟ। ਵੀ ਕਹਿੰਦੇ ਹੁੰਦੇ ਆ ਕਿ if there is no light, become the light, because we are the light, right? I want to say one thing, every single person is suffering. ਹਰ ਕੋਈ ਸਫਰ ਕਰ ਰਿਹਾ। ਆਪਾਂ ਦੂਜਿਆਂ ਤੋਂ ਭਾਲਦੇ ਆ, ਤੂੰ ਮੈਨੂੰ ਪਿਆਰ ਦੇ, ਤੂੰ ਮੈਨੂੰ ਰਿਸਪੈਕਟ ਦੇ, ਪਰ ਹਰ ਕੋਈ ਬੰਦਾ ਅੰਦਰੋਂ ਖੋਖਲਾ ਹੋਇਆ ਪਿਆ। ਜਿਸ ਦਿਨ ਅਸੀਂ ਆਪਣੀ ਉਸ ਲਾਈਟ ਨੂੰ ਅੰਡਰਸਟੈਂਡ ਕਰ ਲਿਆ, ਉਹੀ ਚੀਜ਼ ਅਸੀਂ ਕਰਦੇ ਆ, ਉਹੀ ਚੀਜ਼ ਅਸੀਂ ਹੈਲਪ ਕਰਦੇ ਆ, ਫਾਈਂਡ ਆਊਟ ਕਰਨ ਤੁਸੀਂ ਕੌਣ ਆ, ਕਾਹਦੇ ਲਈ ਆਏ ਆ, ਕਿੱਦਾਂ ਅਸੀਂ ਇਸ ਚੀਜ਼ ਨੂੰ ਬੈਟਰ ਕਰ ਸਕਦੇ ਆ। ਤੁਸੀਂ ਬਸ ਫਿਰ ਤੁਹਾਡੇ ਕੋਲ ਵੰਡਣ ਨੂੰ ਹੀ ਆ। ਇਹਦੇ ਲਈ ਕੀ ਪਤਾ ਹੁੰਦਾ ਕੀ ਆ ਨਾ, most of people they want to change other people, right? ਦੂਸਰਿਆਂ ਨੂੰ ਚੇਂਜ ਕਰਕੇ ਅਸੀਂ ਆਪਣੀ એનર્ਜੀ ਲਾਉਂਦੇ ਆ, ਆਪਣੇ ਆਪ ਨੂੰ ਅਸੀਂ ਚੇਂਜ ਨਹੀਂ ਕਰਦੇ, ਰਾਈਟ? ਅੱਛਾ, ਜੇ ਤੁਸੀਂ ਆਪਣੇ ਆਪ ਨੂੰ ਚੇਂਜ ਕਰ ਲਿਆ, ਤੁਹਾਡੀ ਜ਼ਿੰਦਗੀ ਸੌਖੀ ਹੋ ਜਾਣੀ, ਰਾਈਟ? ਲੋਕੀ ਚੇਂਜ ਨਹੀਂ ਕਰਨਾ ਚਾਹੁੰਦੇ, ਪਰ ਇਹੀ ਗੱਲ ਆ ਨਾ, ਸਾਨੂੰ ਪਤਾ ਹੀ ਨਹੀਂ ਸੀ ਚੇਂਜ ਕਰਨਾ ਕੀ ਆ। ਹਾਂ, ਇਹ ਪਤਾ ਨਹੀਂ, ਇਹੀ ਤਾਂ ਪਤਾ ਨਹੀਂ ਕਿ ਚੇਂਜ ਕਰਨਾ ਕੀ ਆ। ਉਸੇ ਚੀਜ਼ 'ਚ ਅਸੀਂ ਤੁਹਾਡੀ ਹੈਲਪ ਕਰਦੇ ਆ। ਤੇ ਮੈਂ ਕਿਹਾ ਕਿ ਮੈਂ ਸਾਰੇ ਪਾਸੇ ਕੰਮ ਕਰਦੀ ਹਾਂ। ਆਈ ਐਮ ਹੇਅਰ ਟੂ ਹੈਲਪ ਐਵਰੀ ਸਿੰਗਲ ਪਰਸਨ, ਕਿਉਂਕਿ ਮੈਂ ਆਪ ਪਰਸਨਲੀ ਉਹਨਾਂ ਚੀਜ਼ਾਂ 'ਚੋਂ ਨਿਕਲੀ ਹੋਈ ਹਾਂ। ਤੇ ਮੈਂ ਚਾਹੁੰਦੀ ਹਾਂ ਕਿ ਜਿੰਨਾ ਵੀ ਹੋ ਸਕੇ ਅਸੀਂ ਇਸ ਕਮਿਊਨਿਟੀ ਨੂੰ, ਇਸ ਇਨਵਾਇਰਨਮੈਂਟ ਨੂੰ ਅਸੀਂ ਕਰ ਸਕੀਏ, ਉਹਨਾਂ ਲਈ ਮੈਂ ਹੈਲਪ ਕਰਨਾ ਚਾਹੁੰਦੀ ਹਾਂ ਸਾਰਿਆਂ ਦੀ। ਜੀ ਹਾਂ, ਅਸੀਂ ਕਿੰਨਰਦੀਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੇਠੇ ਨੰਬਰ ਲਿਖਿਆ ਹੋਇਆ, ਇਹਨਾਂ ਦੀ ਈਮੇਲ ਐਡਰੈਸ ਹੈ, ਤੁਸੀਂ ਇਹਨਾਂ ਨੂੰ ਫੋਨ ਕਰੋ ਤੇ ਤੁਹਾਡੇ ਆਨਲਾਈਨ ਹੀ ਤੁਹਾਡੀ ਜਿਹੜੀ ਕਲਾਸਿਸ ਲਾ ਕੇ ਤੁਹਾਨੂੰ ਇੱਕ ਨਵੀਂ ਜ਼ਿੰਦਗੀ, ਨਵੀਂ ਹੋਪ ਦੇਣਗੇ। ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਅਗਲੀ ਆਪਣੀ ਜ਼ਿੰਦਗੀ ਜਿਹੜੀ ਸੁੱਖਾਂ ਭਰੀ ਤੁਸੀਂ ਬਿਤਾਉਣੀ ਚਾਹੁੰਦੇ ਹੋ ਤਾਂ ਇਹਨਾਂ ਨੂੰ ਜ਼ਰੂਰ ਕਾਲ ਕਰੋ, ਕਿਉਂਕਿ ਆਪ ਉਹ ਇੱਥੋਂ ਲੰਘ ਚੁੱਕੇ ਨੇ। ਤੁਸੀਂ ਭਾਵੇਂ ਐਡਮਿੰਟਨ 'ਚ ਰਹਿੰਦੇ ਨੇ, ਮੈਂ ਕੈਨੇਡਾ ਦੇ ਕਿਸੇ ਵੀ ਕੋਨੇ 'ਚ, ਅਮਰੀਕਾ 'ਚ ਕਿਤੇ ਵੀ ਤੁਸੀਂ ਰਹਿੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਕਾਂਟੈਕਟ ਕਰ ਸਕਦੇ ਹੋ। ਕਿੰਨਰਦੀਪ ਜੀ, ਤੁਸੀਂ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੰਤ ਵਿੱਚ ਜੋ ਮੇਰੇ ਕੁਝ ਰਹਿ ਗਿਆ ਹੋਵੇ, ਕੁਝ ਐਡ ਕਰਨਾ ਚਾਹੁੰਦੇ? ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੈਨੂੰ ਸੁਣ ਰਹੇ ਨੇ। ਪਰ ਮੈਂ ਇੱਕੋ ਹੀ ਮੇਰੀ ਰਿਕੁਐਸਟ ਆ, ਲਾਈਫ ਬਹੁਤ ਸੋਹਣੀ ਹੈ ਤੇ ਬਹੁਤ ਸਿੰਪਲ ਆ। ਅਸੀਂ ਖੁਦ ਉਹਨੂੰ ਬਹੁਤ ਕੰਪਲਿਕੇਟ ਕੀਤਾ ਹੋਇਆ ਆ। ਜ਼ਿੰਦਗੀ ਇਜ਼ ਵੈਰੀ ਈਜ਼ੀ ਐਂਡ ਵੈਰੀ ਸਿੰਪਲ ਐਂਡ ਇਟਸ ਵੈਰੀ ਬਿਊਟੀਫੁਲ। ਇੱਕੋ ਹੀ ਜ਼ਿੰਦਗੀ ਆ, ਬਾਰ-ਬਾਰ ਨਹੀਂ ਮਿਲਣੀ। ਇਹਨੂੰ ਜਿੰਨਾ ਜੀ ਸਕਦੇ ਆ, ਰੱਜ ਕੇ ਤੇ ਖੁਸ਼ੀ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਜੀਓ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।